ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਿਸਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵੈ, ਸਦਾ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਨੀ। ਜਿਨ ਉਦਮ ਕੀਆ ਤਾਲ ਕੇਰਾ, ਤਿਸਕੀ ਉਪਮਾ ਕਿਆ ਗਨੀ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਿਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਿਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਦੀਆਂ ਇਹ ਘੜੀਆਂ ਸਤਸੰਗਤ ਦੇ ਰੂਪ ਵਿੱਚ ਅਸੀਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਛੰਤ ਵਿਚਾਰ ਰਹੇ ਹਾਂ। ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਹੈ ਮੁਕਾਮੀ ਪਾਵਨ ਬਚਨ, ਜਿਸ ਦੇ 2 ਸ਼ੁਰੂਆਤੀ ਪਦੇ ਅਸੀਂ ਵਿਚਾਰੇ ਨੇ। 3 ਨੰਬਰ ਪਦੇ ਦਾ ਪਾਠ ਆਪਨੇ ਸਰਵਨ ਕੀਤਾ ਹੈ, ਜਿਸ ਦੀ ਵਿਚਾਰ ਬੀਤੇ ਕੱਲ ਪ੍ਰਾਰੰਭ ਕੀਤੀ ਸੀ, ਪਰ ਸਮੇਂ ਦੀ ਸੀਮਾ ਮੁਤਾਬਕ ਅਸੀਂ ਬਹੁਤ ਸ਼ੁਰੂਆਤੀ ਬਾਤ 'ਤੇ ਹੀ ਸਮਾਂ ਜੋ ਹੈ ਸਾਡਾ ਸਮਾਪਤ ਹੋ ਗਿਆ। ਸੋ ਵਿਚਾਰ ਹੈ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਜਿਸ ਕਾ ਕਾਰਜ ਤਿਨਹੀ ਕੀਆ। ਨੋ ਡਾਊਟ ਮਦਰ ਨੇਚਰ ਦੇ ਲਾ ਦੇ ਵਿੱਚ ਜੋ ਕੁਦਰਤ ਨੇ ਇੱਕ ਈਕੋਸਿਸਟਮ ਬਿਲਡ ਕੀਤਾ ਹੈ, ਜੋ ਉਹਦੀ ਇਕੋਲੋਜੀ ਹੈ, ਜੋ ਉਹਦਾ ਸਾਰੇ ਦਾ ਸਾਰਾ ਇਹ ਨਿਜ਼ਾਮਤ ਹੈ, ਇਹਦੇ ਵਿੱਚ ਹਰ ਇੱਕ ਜ਼ਰਰਾ, ਛੋਟੇ ਤੋਂ ਛੋਟਾ ਅਣੂ, ਡਸਟ ਬੋਲ ਕਹਿ ਲਵੋ, ਉਹ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਦਾ ਹੈ। ਅਤੇ ਕੁਦਰਤ ਨੇ ਉਹਨਾਂ ਦੇ ਰੂਲਸ ਜਿਹੜੇ ਨੇ ਉਹਦੇ ਮੁਤਾਬਕ ਉਸੇ ਤਰੀਕੇ ਨਾਲ ਸੈੱਟ ਕੀਤੇ ਨੇ। ਉਹ ਸਭ ਚੀਜ਼ਾਂ ਉਸ ਰੂਪ ਵਿੱਚ ਹੋ ਰਹੀਆਂ ਨੇ। ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੱਥੋਂ ਤੱਕ ਸਾਡੇ ਮਨੁੱਖਾਂ ਦੀ ਸਮਝ ਹੈ, ਸੋਝੀ ਹੈ, ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਇਹ ਸਾਰਾ ਮਦਰ ਨੇਚਰ ਦਾ ਪ੍ਰੋਸੈਸ ਆ, ਤੇ ਇਸ ਪ੍ਰੋਸੈਸ ਦੇ ਵਿੱਚ ਜਿਹੜੀ
ਲਾਈਫ ਦੀ ਵੈਲਿਊ ਆ ਉਸ ਨੂੰ ਸਮਝਣ ਵਾਲਾ ਹਿਊਮਨ ਬੀਇੰਗ ਹੈ, ਉਸ ਨੂੰ ਇਹਦੇ ਬਾਰੇ ਅਵੇਅਰਨੈਸ ਹੈ, ਉਹ ਅਵੇਅਰ ਹੈ ਇਹਦੇ ਬਾਰੇ। ਬਾਕੀ ਜੀਆ ਜੰਤ ਪਸ਼ੂ ਪੰਛੀ ਪਰਿੰਦੇ ਸਭ ਇਤਨੇ ਅਵੇਅਰ ਨਹੀਂ ਹੈਗੇ। ਸੋ ਜਿਤਨੀ ਮਨੁੱਖ ਦੇ ਵਿੱਚ ਅਵੇਅਰਨੈਸ ਆ, ਉਸ ਤਰੀਕੇ ਦੇ ਇਹਦੇ ਜੀਵਨ ਦੇ ਵਿੱਚ ਖੁਸ਼ੀ ਚਾਅ ਖੇੜੇ ਉਹ ਵੀ ਹੋਣੇ ਚਾਹੀਦੇ ਨੇ। ਪਰ ਇੱਕ ਲੈਵਲ 'ਤੇ ਵੀ ਪਤਾ ਲੱਗਦਾ ਹੈ ਕਿ ਮਨੁੱਖ ਕੋਲ ਜਿਤਨੀ ਐਡਵਾਂਟੇਜ ਆ ਦੂਜੇ ਕ੍ਰੀਚਰ ਵਰਲਡ ਦੇ ਮੁਕਾਬਲੇ, ਉਤਨਾ ਜ਼ਿਆਦਾ ਇਹ ਪਸ਼ੇਮੀਨ ਹੈ, ਦੁਖੀ ਹੈ, ਪਰੇਸ਼ਾਨ ਹੈ। ਇਹਦੇ 'ਚ ਉਸ ਕਿਸਮ ਦੀ ਅਲਾਮਤ ਜ਼ਿਆਦਾ ਹੈ। ਇਹਦੇ ਫਿਰ ਕਾਰਨ ਡਿਫਰੈਂਟ ਤਰੀਕੇ ਨਾਲ ਲੋਕਾਂ ਨੇ ਡਾਇਗਨੋਸ ਵੀ ਕੀਤੇ, ਲੋਕਾਂ ਨੇ ਐਡਰੈਸ ਵੀ ਕੀਤੇ, ਇਹ ਸਾਰੀ ਬਾਤ ਹੋਈ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਨੁੱਖ ਦੀ ਤਿਮਾਰਦਾਰੀ ਕੀਤੀ ਗਈ ਹੈ। ਐਕਚੁਅਲ ਲੈਵਲ 'ਤੇ ਇਹਨੂੰ ਔਖਦ ਦਿੱਤੀ ਗਈ ਹੈ। ਤੁਸੀਂ ਲਿਟਰਲੀ ਤੌਰ 'ਤੇ ਬਚਨ ਵੀ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ, ਸਰਬ ਰੋਗ ਕਾ ਔਖਦ ਨਾਮ, ਗੁਰੂ ਨਾਮ ਦਿੰਦਾ ਹੈ ਤੇ ਨਾਮ ਔਖਦ ਆ, ਨਾਮ ਦਵਾਈ ਹੈ, ਨਾਮ ਦਾਰੂ ਹੈ। ਅਸੀਂ ਲਿਟਰਲੀ ਤੌਰ 'ਤੇ ਬਚਨ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ ਕਿ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਮਤਲਬ ਜਿਹੜਾ ਸੱਚ ਨਾ ਹੋਣ ਕਰਕੇ ਬੰਦੇ ਨੂੰ ਨਾਮ ਦਾਰੂ ਨਹੀਂ ਪ੍ਰਾਪਤ ਹੋਣ ਕਰਕੇ ਉਹਨੂੰ ਬਿਮਾਰੀ ਲੱਗ ਰਹੀ ਹੈ, ਬਿਮਾਰ ਹੈ, ਇਹ ਸੰਤਾਪ ਹੰਡਾ ਰਿਹਾ ਹੈ। ਇਹ ਸਭ ਚੀਜ਼ਾਂ ਅਸੀਂ ਪੜ੍ਹ ਰਹੇ ਹਾਂ। ਸਾਹਿਬ ਪਾਤਸ਼ਾਹ ਅਹਿਸਾਸ ਹੀ ਕਰਾਉਂਦੇ ਕਿ ਬੰਦੇ ਨੋ ਡਾਊਟ ਤੂੰ ਅਵੇਅਰ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ, ਪਰ ਤੇਰੀ ਅਵੇਅਰਨੈਸ ਜੇ ਤੇਰੇ ਅੰਦਰ ਹੰਕਾਰ ਵਰਗਾ ਰੋਗ ਪੈਦਾ ਕਰ ਰਹੀ ਹੈ ਭਾਈ, ਫਿਰ ਬਿਮਾਰੀ ਕੋਈ ਹੋਰ ਬਾਹਰੋਂ ਲਿਆਉਣ ਦੀ ਲੋੜ ਨਹੀਂ, ਤੂੰ ਆਪ ਹੀ ਬਿਮਾਰੀ ਬਣ ਜਾਏਗਾ, ਤੂੰ ਆਪ ਹੀ ਆਪਣੇ ਆਪ ਦੇ 'ਚ ਅਲਾਮਤ ਬਣ ਜਾਏਗਾ। ਆਪਾਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ, ਗੁਰੂ ਸਾਹਿਬ ਕਿਤੇ ਬਿਆਨ ਕਰਦੇ ਕਿ ਇਸ ਬੰਦੇ ਦੀ ਹਾਲਤ ਇਹ ਹੈ, ਕੁਝ ਇਸ਼ੂਜ਼ ਦੂਸਰੀਆਂ ਜੂਨਾਂ ਵਿੱਚ ਵੀ ਮਿਲ ਜਾਂਦੇ ਨੇ, ਦੂਸਰੇ ਜੀਵ ਜੰਤ 'ਚ ਵੀ ਮਿਲ ਜਾਂਦੇ ਨੇ। ਸਾਹਿਬ ਨੇ ਉਹਨਾਂ ਦੀ ਮਿਸਾਲ ਦਿੱਤੀ ਹੈ, ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਕਾਮ ਰੋਗ ਮੈਗਲ ਬਸ ਲੀਨਾ, ਹਉਮੈ ਰੋਗ ਮਾਨੁਖ ਕੋ ਦੀਨਾ। ਦੂਜਿਆਂ 'ਚ ਵੀ ਹੈਗੇ ਨੇ ਰੋਗ, ਪਰ ਹਉਮੈ ਰੋਗ ਮਾਨੁਖ ਕੋ ਦੀਨਾ। ਹਉਮੈ ਮੈਂ ਹਾਂ, ਮੈਂ ਕਰਤਾ ਹਾਂ, ਆਈ ਐਮ ਦਾ ਡੂਅਰ, ਆਈ ਐਮ ਦਾ ਅਚੀਵਰ, ਆਈ ਐਮ ਦਾ ਕ੍ਰੀਏਟਰ। ਇਹ ਜਿਹੜੀ ਅਲਾਮਤ ਆ, ਫਿਰ ਇੱਥੇ ਹੀ ਨਹੀਂ ਕਿਤੇ ਗੁਰੂ ਸਾਹਿਬ ਇਹ ਬਿਆਨ ਕਰਦੇ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਦੀਰਘ ਰੋਗ ਹੈ, ਇੱਕ ਵੱਡੀ ਬਿਮਾਰੀ ਹੈ। ਛੋਟੇ ਮੋਟੇ ਰੋਗ ਤੇ ਆਉਂਦੇ ਜਾਂਦੇ ਰਹਿੰਦੇ ਨੇ, ਤਾਪ ਸੰਤਾਪ ਨਜ਼ਲਾ ਜ਼ੁਕਾਮ ਬੁਖਾਰ ਸਭ ਚੀਜ਼ਾਂ। ਈਵਨ ਕੋਵਿਡ-19 ਵਿੱਚੋਂ ਅਸੀਂ ਲੰਘ ਰਹੇ ਹਾਂ। ਐਂਡ ਆਫ ਦਾ ਟਨਲ ਦੇਰ ਇਜ਼ ਲਾਈਟ, later or sooner we will be able to address this issue properly, we will be able to actually tackle these issues। ਪਰ ਜਿਹੜੀ ਮਨੁੱਖ ਦੀ ਮੁੱਢ ਕਦੀਮੀ ਸਮੱਸਿਆ ਹੈ ਹਉਮੈ ਰੋਗ, ਇਹ ਦੀਰਘ ਰੋਗ ਹੈ। ਇਹ ਏਡੀ ਜਲਦੀ ਜਾਣ ਵਾਲਾ ਨਹੀਂ ਹੈਗਾ, ਕਿਉਂਕਿ ਜਿੰਨੀ ਦੇਰ ਤੱਕ ਬੰਦਾ ਇਹਦੀ ਬੁਨਿਆਦ ਨੂੰ ਨਹੀਂ ਸਮਝਦਾ। ਫਿਰ ਚ ਹੋਰ ਵੀ ਚੀਜ਼ਾਂ ਨੇ, ਜਿਵੇਂ ਸਪੋਜ਼ ਕਰੋ ਅਸੀਂ ਮਨੁੱਖੀ ਜੀਵਨ ਦੀਆਂ ਅਲਾਮਤਾਂ ਦੇਖਦੇ ਹੈਗੇ ਹਾਂ। ਅੱਜ ਦੇ ਸਮਾਜ ਵਿੱਚ ਐਡਿਕਸ਼ਨ ਇੱਕ ਬੜੀ ਵੱਡੀ ਸਮੱਸਿਆ ਹੈ। ਵੈਸੇ ਸ਼ੁਰੂ ਤੋਂ ਰਿਹਾ, ਪਰ ਅੱਜ ਦੀ ਸੋਸਾਇਟੀ 'ਚ ਮੰਨਿਆ ਜਾ ਰਿਹਾ ਹੈ ਕਿ ਬੰਦਾ ਮਤਲਬ ਪੈਰ ਤੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਐਡਿਕਟ ਹੋ ਰਿਹਾ ਹੈਗਾ। ਉਹ ਭਾਵੇਂ ਫੂਡ ਹੀ ਹੈ। ਹਾਲਾਂਕਿ ਰੀਸੈਂਟਲੀ ਮੈਂ ਇੱਕ ਬੜਾ ਨਾਮਵਰ ਕਿਤਾਬਚਾ ਦੇਖ ਰਿਹਾ ਸੀਗਾ ਜਿਸ 'ਚੋਂ ਕਹਿ ਰਿਹਾ ਸੀਗਾ ਵੀ ਫੂਡ ਇਜ਼ ਦ ਗੇਟਵੇ ਆਫ ਐਡਿਕਸ਼ਨ। ਮਤਲਬ ਸਾਰੇ ਤਰ੍ਹਾਂ ਦੇ ਐਡਿਕਸ਼ਨ ਲਈ ਜਿਹੜਾ ਖੁਰਾਕ ਆ ਐਕਚੁਅਲ ਲੈਵਲ 'ਤੇ ਇਹੀ ਸ਼ੁਰੂਆਤ ਕਰਦੀ ਹੈ। ਅਤੇ ਖੁਰਾਕ ਦੇ ਵਿੱਚ ਵੀ ਉਹ ਬਕਾਇਦਾ ਤੌਰ 'ਤੇ ਜ਼ਿਕਰ ਕਰਦਾ ਹੈ ਸ਼ੂਗਰੀ ਸਟੱਫ ਦਾ। ਮਤਲਬ ਬੰਦੇ ਨੂੰ ਲੱਗਦਾ ਕਿ ਮਿੱਠਾ ਕੁਛ ਵੀ ਨਹੀਂ। ਉਹਨੂੰ ਕੰਪੇਅਰ ਕੀਤਾ ਕੋਕੇਨ ਦੇ ਨਾਲ, ਉਹਨੂੰ ਉਸਨੇ ਕੰਪੇਅਰ ਕੀਤਾ ਡਿਫਰੈਂਟ ਹੋਰ ਸਬਸਟੈਂਸ ਦੇ ਨਾਲ, ਅਤੇ ਪਤਾ ਲੱਗਾ ਜਿਸ ਲੈਵਲ 'ਤੇ ਉਸ ਸਬਸਟੈਂਸ ਨੂੰ ਨਾ ਮਿਲਣ ਕਰਕੇ ਬੰਦੇ ਦੇ ਬ੍ਰੇਨ 'ਚ ਕ੍ਰੇਵਿੰਗ, ਉਹ ਕੈਮੀਕਲ ਬਣਦੇ ਨੇ ਜਿਹੜੇ ਵਿਡਰੋਲਸ ਪੈਦਾ ਕਰਦੇ ਨੇ, ਕ੍ਰੇਵਿੰਗ ਕ੍ਰੀਏਟ ਕਰਦੇ ਨੇ। ਸੇਮ ਤਰ੍ਹਾਂ ਦੇ ਕੈਮੀਕਲ ਇੱਥੋਂ ਪੈਦਾ ਹੁੰਦੇ ਨੇ। ਸੋ ਇਹ ਚੀਜ਼ ਇਸ ਰੂਪ ਵਿੱਚ ਬਾਤ ਕੀਤੀ ਗਈ ਹੈ। ਤਾਂ ਬੰਦੇ ਦੀ ਦੁਨੀਆ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਬੜੀ ਆਸਾਨੀ ਦੇ ਨਾਲ, ਜਿਵੇਂ ਸਬਸਟੈਂਸ ਦੀ ਐਡਿਕਸ਼ਨ, ਫੂਡ ਦੀ ਐਡਿਕਸ਼ਨ, ਅੱਜ ਕੱਲ੍ਹ ਅਸੀਂ ਜਿਤਨੀ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਇਹਦੀ ਐਡਿਕਸ਼ਨ ਇਹ ਸਾਰੀ ਚੀਜ਼ਾਂ ਦੇ ਰੂਪ ਦੇ ਵਿੱਚ। ਅਤੇ ਫਿਰ
इस सारे दे अंदर जो बंदा मनव्वर हो जाता है, इनवॉल्व हो जाता हैगा, तो उहदे लई जीवन का जिहड़ा नॉर्मल रूप जीना आ वो तो दुप्पर हो जाता, दुराडे हो जाता हैगा। सो बीमारियां तो है ने, ये भी एक बीमारी है बड़ी वड्डी बंदे वास्ते, बड़ी वड्डी अलामत है। पर टॉप ऑफ दैट इन्हां चों कुछ भी ना होए, ना कोई बाहरला कोई रोग संताप होए, ना कोई इस किस्म की कोई आदताना पक्ष तो बंदे नूं कोई चीज़ आ जाए, बंदा सब कुछ ठीक करे, पर सब कुछ ठीक करदियां होइयां भी ये पॉसिबिलिटी है कि बंदा फिर मैस क्रिएट कर लवे। तो स्पैशली जिहड़ी मैस आ ये हैगी ये साडे आले दुआले नाल डील करन लगे हाँ। ਜਦੋਂ ਅਸੀਂ ਆਪਣੇ ਰਿਲੇਸ਼ਨਸ ਨੂੰ ਡੀਲ ਕਰਦੇ ਹਾਂ, ਜਦੋਂ ਅਸੀਂ ਆਪਣੇ ਇਨਵਾਇਰਮੈਂਟ, ਭਾਵੇਂ ਉਹ ਡੋਮੈਸਟਿਕ ਇਨਵਾਇਰਮੈਂਟ ਹੈ, ਵਰਕ ਇਨਵਾਇਰਮੈਂਟ ਹੈ, ਸਾਡਾ ਓਪਨ ਸੋਸ਼ਲ ਇਨਵਾਇਰਮੈਂਟ ਹੈ, ਸਾਰੇ ਦੇ ਵਿੱਚ ਜਿਹੜੀ ਚੀਜ਼ ਸਭ ਤੋਂ ਵੱਡਾ ਤੰਗ ਕਰਦੀ ਹੈ, ਜਿਵੇਂ ਅਸੀਂ ਸ਼ਬਦ ਪੜ੍ਹੀਏ ਸੋਹਿਲਾ ਸਾਹਿਬ ਦੇ ਸ਼ਬਦਾਂ 'ਚ ਤੁਸੀਂ ਪੜ੍ਹਦੇ ਹੈਗੇ ਹੋ ਕਿ ਬੰਦੇ ਦੀ ਅਲਾਮਤ ਇਹ ਹੈ कि ज्यों ज्यों चला चुबह दुख पाम है, जमकाल सह सिर डंडा है। क्यों? क्योंकि ये अंदर हौमे का कंडा चुभ रहा है। तो जिवें हौमे का कंडा आ, अज का माहौल थोड़ा बदल गया। जो पंजाब के नेटिव एनवायरमेंट तुसीं रहे होवो, थोड़ा करसानी नाल रिलेटेड कामकार किया होए, तो ग्लव्स ये बड़ी रीसेंट चीज़ है जिहड़ी इस सोसाइटी च आके हुंदा भी जो भी काम करना ग्लव्स पा लवो। फार्म वर्क वास्ते डिफरेंट ने, कैमिकल डीलिंग वास्ते डिफरेंट ने, किचन वर्क लिए डिफरेंट ग्लव्स मिलते उस किस्म के नाल। साडे उत्थे तुहानूं पता है वी ऑलवेज डू एक्चुअली एवरी वर्क बेयर हैंड्स, यू नो, नंगे हत्थां नाल ही करदे। ईवन बहुतायत एरिए दे अजे भी तुसीं चले जाओ पंजाब की फिजा तो थोड़ा बाहर, तो लोकां नूं ते पाण लई जुत्ती नसीब नहीं हुंदी। मतलब इसे तरीके नाल लोकी करसानी दे काम करदे, इसे तरीके दे नाल ही लोकी दूजे सारे फार्म वर्क सब चीज़ां करदे। तो हुण जदों इस तरीके नाल हत्थां नाल काम करना आ, तो कई बार पता ही नहीं लगना लक्कड़ नाल डील करदियां होइयां उहदी कोई छोटी मोटी छिलतर फांग जिहड़ी हुंदी है, उहदा छोटा टाइनी शार्पन पार्ट जिहड़ा हैगा वो किते विच चला गया, इस तरीके नाल एज लग गई, कोई छोटा मोटा कंडा लग गया, तो किन्ना समा विच लगा रहा पता ही नहीं। फिर बंदे नूं कई बारी हाथ धोण लग्या या पैर दे उत्ते तुरन लग्या थोड़ा लगता है इत्थे थोड़ा थोड़ा पेन महसूस हो रही है, दर्द महसूस हो रहा है। फिर हौली हौली दर्द वध आया, फिर उस इस तरीके लगातार चलता है। तो फिर कोई कहता कि वह भलिया इहनूं देख इहदे च कोई कंडा तो नहीं चुभ्या। हुण सपोज करो जिहड़ा मैच्योर बंदा आया वो तो कहेगा हाँ भाई इत्थे कंडा आया, तो फिर जे कंडे नूं भी कड्ढना आ उन्होंने कढ़न वास्ते फिर एक शार्पन जिहड़ी है उस तरीके नाल जिहड़ी नोक वाली चीज़ या सुई या पुराने समय लोग सूल ही उसे कंडे की एक नस्ल नूं यूज़ करते सी चों कढ़न वास्ते। हुण बच्चे नूं कहो कि तेनों इत्थे कोई कंडा लग गया या कोई शार्पन जिहड़ी है चीज़ अंदर चली गई है, तो इहनूं कढ़न वास्ते भी असीं नीडल नूं यूज़ करांगे, बच्चा तो डर जाएगा, वो तो कहेगा पागल हो तुसीं, नो वे, मैनू तो आ पेन ही ठीक है, मैं होर पेन नहीं लैनी। हालांकि उन्हें यह नहीं पता भी जी आ पेन लैन लगा है ना, जिहड़ा ऑलरेडी अंदर पेन दे रही है लगातार चीज़ कंसिस्टेंटली, वो तो तेनों निजात मिल जाएगी, वो तो तेनों छुटकारा मिल जाएगा, तेरा ट्रीटमेंट हो जाएगा। जिहड़ा हौमै रोग आ ये है तो अलामत, पर बंदा ये नाल ही सिज्जी जाता है, ये नाल ये सुभाਅ नहीं बदलना, आदत नहीं छड्डनी ये चीज़ रूप दे विच। साहिब महाराज बयान करते क्यों नहीं एक काम करता कि तू एक इहदे ट्रीटमेंट वास्ते एक होर चीज़ नूं अडॉप्ट करदा। वो की है जी जिन्हों आपां गल कर रहे सी, हंबलनेस, हलीमी, निमरता। इहदे विच सीधे तौर ते है कि बंदा एहसास करे करन कराउण वाला आपे आप है, चंगा काम हो गया, वधिया हो गया, भला हो गया, दाता ये तेरा शुक्र है, ये भगती है, ये बंदगी है। चंगा करना है तो चंगा करके ये कहना है दाता तेरा धन्नवाद है। इत्थे गुरु साहब ने क्या, जिसका कारज तिन ही किया, मानस क्या विचारा रहा। मनुख कौन है बेचारा, मतलब बेचारा किसी को कहना कि मनुख दी पाया कोई नहीं गी। तो ये कोई बात बिल्कुल गुरु बाबा जी कह लो कि नवीं नहीं कह रहे इस शब्द दे विच। पूरे गुरु ग्रंथ साहब तुहानूं वार वार मिल जाएगा डिफरेंट एंगल तो मैसेज। आपां जपजी साहब पढ़ीए, जपजी साहब दे विच जिहड़ा गुरु साहब पहली सानूं एक्सरसाइज दिंदे ने करन वास्ते
ਵੀ ਦੈਟ ਐਕਸਰਸਾਈਜ਼ ਯੂ ਮਸਟ ਡੂ। ਪਹਿਲਾਂ ਤੇ ਪੌੜੀ ਆਉਂਦੀ ਨਾ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਉਹਦੇ 'ਤੇ ਬਾਬਾ ਜੀ ਕਹਿੰਦੇ ਨੇ ਜੋ ਕਰ ਰਹੇ ਆ ਛੱਡ ਦੇ। ਮਤਲਬ ਸੁਚਮਤਾ ਵਾਸਤੇ ਨਹਾਉਣ ਦੀਆਂ ਗੱਲਾਂ, ਸੋ ਕਾਲਡ ਸਮਾਧੀ ਲਾਉਣ ਦੀਆਂ ਗੱਲਾਂ ਸਾਰੀਆਂ ਬਾਬਾ ਜੀ ਕਹਿੰਦੇ ਕੀ ਫਾਇਦਾ ਕਰਨ ਦਾ, ਇਹਦੇ 'ਚੋਂ ਕੁਛ ਮਿਲਣਾ ਤੇ ਹੈ ਨਹੀਂ ਤੈਨੂੰ। ਫਿਰ ਗੁਰੂ ਬਾਬਾ ਜੀ ਕਹਿੰਦੇ ਸਵਾਲ ਇਹ ਸਚਿਆਰ ਕਿਵੇਂ ਹੋਵਾਂਗੇ, ਹਾਊ ਕੈਨ ਵੀ ਅਟੇਨ ਦੈਟ ਵਨਨੈਸ ਵਿਦ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ। ਅਸੀਂ ਉਹਨੂੰ ਕਿਵੇਂ ਇੰਜੋਏ ਕਰਾਂਗੇ, ਉਹਨੂੰ ਕਿਆ ਹੁਕਮ ਰਜ਼ਾਈ ਚੱਲਣਾ। ਫਿਰ ਉਹਦੀ ਫਰਦਰ ਐਕਸਪਲੇਨੇਸ਼ਨ ਕੀਤੀ ਕਿ ਹੁਕਮ ਕੀ ਹੈ, ਉਹਨੂੰ ਐਕਸਪਲੇਨ ਕੀਤਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਜਦੋਂ ਆਪਾਂ ਤੀਸਰੀ ਪੌੜੀ ਤੇ ਆਉਂਦੇ ਹਾਂ, ਉੱਥੇ ਬਾਬਾ ਜੀ ਕਹਿੰਦੇ ਨੇ ਵਟ ਟੂ ਡੂ, ਕਰਨਾ ਕੀ ਹੈ। ਇੱਥੇ ਫਿਰ ਬਾਬਾ ਜੀ ਕਹਿੰਦੇ ਤੂੰ ਆਹ ਕੰਮ ਕਰ ਸਕਦਾ ਹੈ, ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਬੰਦਾ ਕਹਿੰਦਾ ਭਗਤੀ ਕਿੱਥੋਂ ਸ਼ੁਰੂ ਹੋਏਗੀ, ਕਿਸੇ ਕਿਸਮ ਦਾ ਵੀ ਤਾਣ ਹੈ ਤੇਰੇ ਕੋਲ। ਤਾਣ ਦਾ ਮਤਲਬ ਹੁੰਦਾ ਹੈ ਐਬਿਲਿਟੀ, ਸਟਰੈਂਥ, ਤਾਕਤ। ਕੋਈ ਤਾਕਤ ਹੈ, ਕਿਸੇ ਕੋਲ ਫਿਜ਼ੀਕਲ ਸਟਰੈਂਥ ਆ, ਕਿਸੇ ਕੋਲ ਕੋਈ ਸਕਿੱਲ ਆ, ਸਕਿਲਡ ਬੰਦਾ ਆ, ਕਿਸੇ ਕੋਲ ਕੋਈ ਹੈਂਡ ਔਨ ਸਕਿੱਲ ਤੇ ਨਹੀਂ ਹੈਗੀ, ਕੋਈ ਇਸ ਕਿਸਮ ਦੀ ਸਕਿੱਲ ਆ, ਉਹ ਇਮੋਸ਼ਨਸ ਨੂੰ ਬੜੀ ਚੰਗੀ ਤਰ੍ਹਾਂ ਸਮਝ ਲੈਂਦਾ, ਡੀਲ ਕਰ ਲੈਂਦਾ। ਕਿਸੇ ਕੋਲ ਕੋਈ ਫੈਮਿਲੀ ਸਕਿੱਲ ਆ ਬੜੀ ਵਧੀਆ, ਪਰਿਵਾਰਕ ਤੌਰ ਤੇ ਪਰਿਵਾਰਾਂ ਨੂੰ ਬੜਾ ਵਧੀਆ ਸੰਭਾਲ ਲੈਂਦਾ ਆ। ਕਿਸੇ ਦੇ ਕੋਲ ਕੋਈ ਪੀਪਲ ਪਰਸਨ ਆ, ਕੋਈ ਨੰਬਰ ਪਰਸਨ ਹੈ, ਐਨੀ ਕਾਈਂਡ ਆਫ ਸਕਿੱਲ। ਗੁਰੂ ਬਾਬਾ ਜੀ ਕਹਿੰਦੇ ਉਹਨੂੰ ਸਾਹਮਣੇ ਰੱਖ, ਤੇ ਸਾਹਮਣੇ ਰੱਖ ਕੇ ਉਸ ਦਾਤਾਰ ਦਾ ਧੰਨਵਾਦ ਕਰ ਜਿਹਨੇ ਤੈਨੂੰ ਇਹ ਐਬਿਲਿਟੀ ਦਿੱਤੀ ਹੈ। ਇਹ ਭਗਤੀ ਹੈ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਇਸ ਰੂਪ ਦੀ ਸ਼ੁਰੂਆਤ ਕਰ। ਜਿਸ ਕਾ ਕਾਰਜ ਤਿਨ ਹੀ ਕੀਆ, ਭਈ ਜੋ ਕਾਰਜ ਤੇਰੇ ਤੋਂ ਚੰਗਾ ਹੋ ਗਿਆ, ਜੋ ਤੂੰ ਚੰਗਾ ਕਰ ਪਾਇਆ, ਇਹ ਕਰਨ ਕਰਾਉਣ ਵਾਲਾ ਤੇ ਆਪੇ ਆਪ ਹੈ। ਮਨੁੱਖ ਕੀ ਹੈ, ਜੇ ਡੀਪ ਲੈਵਲ ਤੇ ਦੇਖਾਂਗੇ ਨਾ, ਹੈਗੀ ਤੇ ਮਿੱਟੀ ਹੈ ਐਕਚੁਅਲੀ ਲੈਵਲ ਤੇ। ਤੇ ਇਸ ਮਿੱਟੀ ਨੂੰ ਐਨਰਜੀ ਦਿੱਤੀ ਹੈ, ਸਵਾਸ ਚੱਲ ਰਹੇ ਨੇ, ਇਸ ਮਿੱਟੀ ਦੇ ਵਿੱਚ ਸਮਰੱਥਾ ਆ, ਕੋਗਨੀਸ਼ਨ ਫੰਕਸ਼ਨਿੰਗ ਹੋ ਰਹੀ ਹੈ, ਚੀਜ਼ਾਂ ਨੂੰ ਡੀਪ ਤੋਂ ਡੀਪ ਐਂਗਲ ਤੱਕ ਬੰਦਾ ਸਮਝ ਰਿਹਾ ਹੈ। ਮੈਂ ਤਾਂ ਰੀਸੈਂਟਲੀ ਮੈਂਟਲ ਹੈਲਥ 'ਚ ਬਹੁਤ ਸਾਰੀਆਂ ਚੀਜ਼ਾਂ ਦੇਖ ਰਿਹਾ। ਕਿਹਾ ਜਾਂਦਾ ਹੈ ਮੈਂਟਲ ਹੈਲਥ ਦਾ ਲਿਟਰੇਚਰ ਹੈ, ਇਹ ਮੈਂਟਲੀ ਬੰਦੇ ਨੂੰ ਸਟਰੈਂਥਨ ਕਰਨ ਵਾਸਤੇ ਚੀਜ਼ਾਂ ਨੇ, ਹੈ ਸਾਰੀ ਸਪਿਰਿਚੁਅਲਿਟੀ। ਬਿਲਕੁਲ ਮੈਨੂੰ ਤਾਂ ਇੰਝ ਲੱਗਦਾ ਜਿਵੇਂ ਗੁਰਬਾਣੀ ਦੀ ਟਰਾਂਸਲੇਸ਼ਨ ਬੋਲੀ ਜਾ ਰਹੀ ਹੈ ਸਾਰੇ ਦੀ ਸਾਰੇ। ਜਿਵੇਂ ਹੁਣ ਇਹ ਗੱਲ ਕਹੀ ਜਾਂਦੀ ਹੈ, ਕੋਈ ਸ਼ਖਸ ਕਹਿੰਦਾ ਯੂ ਨੋ ਆਈ ਹੈਵ ਬਿਗ ਪ੍ਰੋਬਲਮ, ਮਾਈ ਮਾਈਂਡ ਵੰਡਰਸ ਅ ਲੋਟ, ਆਈ ਐਮ ਨੋਟ ਏਬਲ ਟੂ ਕੰਟਰੋਲ ਔਨ ਮਾਈ ਮਾਈਂਡ। ਠੀਕ ਹੈ ਜੀ, ਕੈਨ ਯੂ ਐਲੈਬੋਰੇਟ ਲਿਟਲ ਬਿਟ ਹਾਊ ਇਟ ਵੰਡਰਸ। ਬੰਦਾ ਐਕਸਪਲੇਨ ਕਰਦਾ ਕੀ ਹਾਲਤ ਆ, ਐਵੇਂ ਸੋਚੀ ਜਾਂਦਾ ਬੈਠਾ, ਪਿੰਡ ਬਾਰੇ ਸੋਚੀ ਜਾਂਦਾ ਹੈ, ਕੰਮ ਬਾਰੇ ਸੋਚੀ ਜਾਂਦਾ ਹੈ, ਫਲਾਣੀ ਚੀਜ਼ ਬਾਰੇ ਸੋਚੀ ਜਾਂਦਾ ਹੈ, ਇਸ ਤਰੀਕੇ ਦੇ ਨਾਲ। ਤੇ ਉਹਨੂੰ ਐਡਰੈਸ ਕਰਨ ਲੱਗਿਆ ਜਿਹੜੇ ਐਕਸਪਰਟਸ ਨੇ, ਥੈਰੇਪਿਸਟ ਨੇ, ਉਹ ਪਹਿਲੀ ਗੱਲ ਪਤਾ ਹੀ ਕਹਿੰਦੇ ਨੇ, ਕਹਿੰਦੇ ਯੂ ਨੋ ਪਹਿਲੀ ਚੀਜ਼ ਤੇ ਇਹ ਹੈ ਕਿ ਆਰਟ ਯੂ ਅਮੇਜ਼ਡ ਯੂ ਹੈਵ ਦੈਟ ਮਚ ਐਕਚੁਅਲੀ ਲੈਵਲ ਆਫ ਥਿੰਕਿੰਗ। ਲੋਕਾਂ ਨੂੰ ਤੇ ਇੱਥੇ ਸਿੱਧੀ ਤੌਰ ਤੇ ਕੋਈ ਸ਼ੀਸ਼ਾ ਵਿਖਾਓ, ਗੱਲ ਸਮਝਾਓ ਤਾਂ ਨਹੀਂ ਸਮਝ ਆਉਂਦੀ। ਕਿੰਨਾ ਸੋਚ ਸਕਦਾ ਤੇਰਾ ਦਿਮਾਗ, ਸੋਚ ਇਸ ਲੈਵਲ ਤੇ। ਹੁਣ ਦੱਸਿਆ ਜਾ ਰਿਹਾ ਹੈ ਉਹ ਭਲੇ ਬੰਦੇ, ਇਹ ਵੀ ਤੇ ਐਬਿਲਿਟੀ ਹੈ ਇੱਕ ਤਰ੍ਹਾਂ ਦੀ। ਦੇਖਦੇ ਇਸ ਤਰੀਕੇ ਨਾਲ ਆਪਾਂ ਕੀ ਹੈ, ਇਸ ਸਾਰੇ ਕਾਸੇ ਨੂੰ ਇਸ ਤਰੀਕੇ ਨਾਲ ਦੇਖਣਾ ਆ ਕਿ ਮੈਨੂੰ ਇੱਕ ਕੁਦਰਤ ਨੇ ਇੱਕ ਵੱਡੇ ਲੈਵਲ ਦਾ ਵਿਜ਼ਨ ਕਰਨ ਦੀ ਐਬਿਲਿਟੀ ਦਿੱਤੀ ਹੈ। ਇਹ ਮੈਨੂੰ ਮੇਰੀ ਕਮਜ਼ੋਰੀ ਨਾ ਬਣ ਕੇ ਮੇਰੀ ਸਟਰੈਂਥ ਵੀ ਬਣ ਸਕਦੀ ਹੈ। ਮਤਲਬ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ, ਹੁਣ ਇਹ ਕੀ ਹੈਗੀ ਹੈ ਭਾਈ, ਜਿਸ ਤਰ੍ਹਾਂ ਦੀ ਵੀ ਤੇਰੇ ਕੋਲ ਸਟਰੈਂਥ ਹੈ, ਜਿਸ ਕਿਸਮ ਦੀ ਤੇਰੇ ਕੋਲ ਸਮਰੱਥਾ ਹੈ। ਮੈਨੂੰ ਇੱਕ ਬੱਚਾ ਮਿਲਿਆ ਇੱਥੇ ਇੱਕ ਵਾਰੀ ਮਾਈਕਰੋਸਾਫਟ ਵਾਲਿਆਂ ਦੇ ਕੋਲ, ਤੇ ਉਸ ਨੂੰ ਮੈਂ ਦੇਖਿਆ ਤੇ ਮਤਲਬ ਬ੍ਰੇਨ ਇਸ ਤਰ੍ਹਾਂ ਜਿਵੇਂ ਉਹਦੇ 'ਚ 2 ਬ੍ਰੇਨ ਪਾਏ ਹੁੰਦੇ ਨੇ। ਇਤਨਾ ਬ੍ਰੇਨੀ ਬੱਚਾ, ਕਮਾਲ ਹੈ। ਮੈਨੂੰ ਉਹ ਕਹਿੰਦਾ ਕਿ ਮੈਨੂੰ ਕੋਈ ਆਪਣਾ ਕ੍ਰੈਡਿਟ ਕਾਰਡ ਨਾ ਦਿਖਾਈ, ਮੈਨੂੰ ਕੋਈ ਆਪਣਾ ਪਾਸਵਰਡ ਨਾ ਦੱਸੀ, ਕੋਈ ਇਹੋ ਜਿਹੀ ਚੀਜ਼ ਨਾ ਦੱਸੀ। ਮੈਂ ਕਿਹਾ ਵੀ ਐਵੇਂ ਕਿਉਂ ਕਹਿ ਰਹੇ, ਵਾਈ ਆਰ ਯੂ ਸੇਇੰਗ ਦਿਸ? ਕਹਿੰਦਾ ਬਿਕੋਜ਼ ਮਾਈ ਮੈਮਰੀ ਇਜ਼ ਸੋ ਸ਼ਾਰਪ। ਮੈਨੂੰ ਕੋਈ ਚੀਜ਼ ਤੁਸੀਂ ਦੱਸ ਦਿੱਤੀ, ਮੈਨੂੰ 5 ਸਾਲ ਬਾਅਦ ਆ ਕੇ ਪੁੱਛਣੀ, ਮੈਂ ਤੁਹਾਨੂੰ ਐਜ਼ ਇਟ ਇਜ਼ ਦੱਸ ਦਿਆਂਗਾ। ਮੈਂ ਕਿਹਾ ਵਾਓ। ਕਹਿੰਦਾ ਲੋਕਾਂ ਵਾਸਤੇ ਜਿਹੜੀ ਖਾਸ ਕਰਕੇ ਐਲਗੋਰਿਦਮ ਹੁੰਦੀ ਹੈ ਕੰਪਿਊਟਰ ਦੀ ਲੈਂਗੁਏਜ, ਉਹ ਬੜੀ ਹਾਰਡ ਹੁੰਦੀ ਹੈ। ਕਹਿੰਦਾ ਮੇਰੇ ਵਾਸਤੇ ਇਟਸ ਐਕਚੁਅਲੀ ਜਸਟ ਇਟ ਇਜ਼ ਔਨ ਮਾਈ ਟਿਪਸ। ਮੈਂ ਤੇ ਫਟਾਫਟ ਇਸ ਤਰੀਕੇ ਨਾਲ ਗਿਣ ਦੇਣਾ ਸਾਰੇ। ਖੈਰ ਕਾਫੀ ਸਾਡੀ ਨੇੜਤਾ ਹੋ ਗਈ, ਗੱਲਾਂ ਬਾਤਾਂ ਖੂਬ ਹੋਈਆਂ। ਤੇ ਉਹ ਕਹਿੰਦਾ
ਤੁਹਾਨੂੰ ਮੈਂ ਗੱਲ ਦੱਸਾਂ, ਆਈ ਹੈਵ ਟੂ ਐਕਚੁਅਲੀ ਕਨਫੈਸ ਕਿ ਮੇਰੀ ਜ਼ਿੰਦਗੀ ਜਿਵੇਂ ਦੀ ਹੋਣੀ ਐਵੇਂ ਦੀ ਨਹੀਂ ਸੀ ਹੋਣੀ। ਹੁਣ ਤੇ ਮੈਨੂੰ ਲੋਕ ਪ੍ਰੋਫੈਸ਼ਨਲ ਦੇ ਤੌਰ 'ਤੇ ਯਾਦ ਕਰਦੇ, ਆਮ ਐਕਚੁਅਲੀ ਪ੍ਰੋਫੈਸ਼ਨਲ ਸਕਾਲਰ ਕਾਈਂਡ ਆਫ ਪਰਸਨ, ਮੇਰੀ ਇੰਨੀ ਰਿਸਪੈਕਟ ਆ, ਸਾਰਾ ਕੁਛ ਆ। ਜਦੋਂ ਮੇਰਾ ਛੋਟੇ ਹੁੰਦੇ ਮੇਰਾ ਬਚਪਨ ਸੀਗਾ, ਮੈਨੂੰ ਕੁਝ ਪ੍ਰੋਬਲਮਸ ਹੈਗੀਆਂ ਨੇ ਵੀ ਮੈਂ ਐਕਚੁਅਲੀ ਫਿਜ਼ੀਕਲ ਸਾਈਡ ਤੋਂ ਆਈ ਐਮ ਨੋਟ ਏਬਲ ਟੂ ਐਕਚੁਅਲੀ ਆਈ ਡੋਂਟ ਹੈਵ ਕੰਟਰੋਲ ਔਨ ਮਾਈ ਖਾਸ ਕਰਕੇ ਜਿਹੜੇ ਮੇਰੇ ਫੀਸਿਸ ਰਿਲੀਜ਼ ਕਰਨ ਦੇ ਉੱਤੇ ਹੈਗਾ ਪੂ ਐਂਡ ਪੀ। ਸੋ ਇਹ ਮੈਨੂੰ ਇੱਕ ਇਸ਼ੂ ਹੈਗਾ, ਕਿਉਂਕਿ ਇਹ ਇਸ਼ੂ ਬਚਪਨ 'ਚ ਇੱਕ ਲੈਵਲ ਤੋਂ ਬਾਅਦ ਅਸੀਂ ਸੰਤੋਖਦੇ ਹਾਂ ਕਿ ਜਿਹੜਾ ਕੋਈ ਇੰਡੀਵਿਜੂਅਲ ਹੈ ਅਤੇ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਆਪਣੇ ਇਸ ਸਾਰੇ ਦੇ ਉੱਤੇ। ਉਹਦਾ ਇੱਕ ਟਾਈਮ ਹੋਏ, ਟਾਈਮ 'ਤੇ ਜਾਏ ਆਏ। ਬੱਚੇ ਨੂੰ ਅਸੀਂ ਕਹਿੰਦੇ ਨਾ ਕਿ ਜਿਹੜਾ ਹੈਗਾ ਡਾਈਪਰ ਛੱਡ ਦੇਗਾ, ਪੋਟੀ ਟ੍ਰੇਨਿੰਗ ਹੋ ਜਾਏਗੀ, ਸਾਰੀ ਚੀਜ਼ ਹੋ ਜਾਏਗੀ ਇਸ ਤਰੀਕੇ ਨਾਲ। ਕਹਿੰਦਾ ਮੇਰੀ ਏਜ ਲੰਘ ਗਈ, ਮਾਂ ਬਾਪ ਨੂੰ ਫਿਕਰ ਪੈ ਗਿਆ ਬੁਰੀ ਤਰ੍ਹਾਂ, ਉਹ ਕੀ ਬਣੇਗਾ, ਇਹ ਤੈਨੂੰ ਤਾਂ ਕਿਤੇ ਲਿਜਾ ਨਹੀਂ ਸਕਦੇ। ਸਭ ਕਹਿੰਦੇ ਚੀਜ਼ ਰਹੀ ਉਸ ਤਰੀਕੇ ਨਾਲ। ਉਹ ਬਾਏ ਚਾਂਸ ਮੇਰੇ ਲਈ ਤਾਂ ਗਾਲਾਂ ਹੀ ਰਹਿ ਗਈਆਂ ਘਰ ਦੇ ਵਿੱਚ। ਮੈਨੂੰ ਤਾਂ ਕਹਿ ਤਾ ਗਿਆ ਵੀ ਇਸ ਤੋਂ ਨਿਕੰਮਾ ਆਦਮੀ ਕੋਈ ਨਹੀਂ ਹੈਗਾ। ਇਹ ਸਾਰੀ ਬਾਤ ਹੋ ਗਈ, ਇਸ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਜੱਜ ਕਰ ਲਿਆ ਗਿਆ। ਕਿਤੇ ਫੈਮਿਲੀ ਤੋਂ ਬਾਹਰ ਕੋਈ ਸ਼ਖਸ ਸੀਗਾ ਤੇ ਉਸ ਸ਼ਖਸ ਨੇ ਮੇਰੇ ਇਸ ਗੁਣ ਨੂੰ ਦੇਖਿਆ, ਜਿਹੜਾ ਗੁਣ ਜਿਹਦੇ ਕਰਕੇ ਅੱਜ ਮੈਂ ਇੱਥੇ ਆ। ਜਦੋਂ ਇਹ ਗੁਣ ਦੇਖਿਆ, ਉਹਨੇ ਮੇਰੀ ਫੈਮਿਲੀ ਨੂੰ ਫਿਰ ਦਿਖਾਇਆ। ਕਹਿਣ ਲੱਗੇ ਕੁਦਰਤ ਦੇ ਵੱਖਰੇ ਵੱਖਰੇ ਰੰਗ ਹੁੰਦੇ ਨੇ, ਆਹ ਰੰਗ ਵੀ ਦੇਖੋ। ਉਹਨਾਂ ਨੇ ਥੋੜੀ ਅਟੈਂਸ਼ਨ ਇਸ ਪਾਸੇ ਪੇ ਕੀਤੀ, ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਤੇ ਐਸੀਆਂ ਬਦਲੀਆਂ ਅੱਜ ਮੈਂ ਇਸ ਲੈਵਲ ਤੇ ਆ ਕੇ ਖੜਾ ਆ। ਮਤਲਬ ਇੱਕ ਚੀਜ਼ ਜੇ ਲੈ ਲਈ ਹੈ, ਇੱਕ ਦੂਸਰੀ ਚੀਜ਼ 'ਚ ਕੁਦਰਤ ਨੇ ਇਜ਼ਾਫਾ ਕਰ ਦਿੱਤਾ ਆ। ਇਹਦਾ ਜੇ ਦੇਖ ਬ੍ਰੇਨ ਦਾ ਲੈਵਲ ਵੀ ਹੁੰਦਾ, ਕਿਉਂਕਿ ਬ੍ਰੇਨ ਦੀ ਜਿਹੜੀ ਐਬਿਲਿਟੀ ਹੈ, ਜਿਹੜੀਆਂ ਸਾਡੀਆਂ ਆਟੋ ਆਪਰੇਟਿੰਗ ਸੈਂਸਿਸ ਹੈਗੀਆਂ ਨੇ, ਉਹਨਾਂ ਦੇ 'ਚ ਆਟੋਮੈਟਿਕਲੀ ਇੱਕ ਸਿਸਟਮ ਚੱਲਦਾ ਆ। ਉਹ ਸਾਈਡ ਕਿਤੇ ਉਹਦੀ ਵਾਇਰਿੰਗ ਦੇ ਵਿੱਚ ਵੀਕ ਰਹਿ ਗਈ। ਜਿਹੜਾ ਉਹ ਪਾਰਟ ਸੀਗਾ, ਉਹ ਪਾਰਟ ਉਹਦਾ ਜਿਹੜਾ ਡਾਟਾ ਕੰਟਰੋਲ ਕਰਨ ਵਾਲਾ ਜਿਹੜਾ ਪਾਰਟ ਆ ਸਾਡੇ ਬ੍ਰੇਨ ਦਾ, ਉਹਦੇ ਵਿੱਚ ਉਹ ਵਧਾ ਦਿੱਤਾ। ਮਤਲਬ ਇੱਕ ਚੀਜ਼ ਲਈ ਤੇ ਦੂਸਰੀ ਨਾਲ ਹੀ ਦੇ ਦਿੱਤੀ ਇਸ ਰੂਪ ਦੇ ਵਿੱਚ। ਤੇ ਹੁਣ ਉਹ ਕਹਿੰਦਾ ਮੈਂ ਦੋਨਾਂ ਨੂੰ ਬੈਲੈਂਸ ਐਵੇਂ ਕਰਦਾ ਆ ਕਿ ਜਦੋਂ ਮੈਂ ਇਸ ਕਿਸਮ ਦੀ ਚੀਜ਼ ਆਉਂਦੀ ਹੈ, ਕੋਈ ਮੈਨੂੰ ਬੜਾ ਵਡਿਆਉਂਦਾ, ਸਭ ਕੁਛ ਕਰਦਾ ਆ, ਮੈਂ ਕਹਿੰਦਾ ਕਦੀ ਮੈਨੂੰ ਮੇਰੀ ਇਸੇ ਬ੍ਰੇਨ ਦੀ ਐਬਿਲਿਟੀ ਕਰਕੇ ਗਾਲਾਂ ਪੈਂਦੀਆਂ ਸੀਗੀਆਂ। ਇਹ 'ਚ ਇੱਕ ਚੀਜ਼ ਜਿਹੜੀ ਹੈ ਇਹਦੇ 'ਚ ਇਹਦਾ ਜਿਹੜਾ ਹੈਗਾ ਇਹ ਕੰਟਰੋਲ ਨਹੀਂ ਹੈਗਾ, ਸਭ ਚੀਜ਼ਾਂ ਹੈਗੀਆਂ ਨੇ। ਹੁਣ ਕਿਉਂਕਿ ਉਹਦੇ ਕਰਕੇ ਆਹ ਚੀਜ਼ ਵੱਧ ਗਈ, ਇਹਦੇ ਕਰਕੇ ਮੈਨੂੰ ਮਾਣ ਮਿਲ ਰਿਹਾ ਆ। ਐਕਚੁਅਲੀ ਮੈਂ ਕੌਣ ਹੁੰਨਾ ਮਾਣ ਲੈਣ ਵਾਲਾ? ਕਰਨ ਵਾਲਾ ਤੇ ਉਹੀ ਹੈ। ਕਹਿੰਦਾ ਇਸ ਤਰੀਕੇ ਨਾਲ ਬਾਤ ਬਣ ਗਈ। ਮੈਂ ਉਹਨੂੰ ਦੇਖਿਆ, ਮੈਂ ਕਿਹਾ ਵਾਓ, ਦੈਟਸ ਇਹ ਟੋਟਲੀ ਡਿਫਰੈਂਟ ਲੈਵਲ ਹੈ ਤੇਰਾ ਇਸ ਚੀਜ਼ ਨੂੰ ਪਰਸੀਵ ਕਰਨ ਦਾ ਤੇ ਪ੍ਰੋਸੈਸ ਕਰਨ ਦਾ। ਮੈਂ ਇੱਕ ਕਮਜ਼ੋਰੀ ਤੋਂ ਇੱਕ ਖੂਬੀ ਵਾਲੇ ਪਾਸੇ ਬੰਦੇ ਨੂੰ ਜਾਂਦੇ ਦੇਖਿਆ। ਜਿਹੜੀ ਚੀਜ਼ ਬੰਦੇ ਦੇ ਕੋਲ ਖੂਬੀ ਦੇ ਤੌਰ ਤੇ ਆਏ ਤੇ ਬੰਦਾ ਉਸ ਖੂਬੀ ਨੂੰ ਸਾਰੇ ਕਾਸੇ ਨੂੰ ਕਰਕੇ ਉਹ ਤੇ ਸੁਆਹ ਪਾ ਦੇ, ਖੀਰ ਬਣਾ ਕੇ, ਕੈਸਾ ਮਾੜਾ ਆਦਮੀ ਹੋਏਗਾ ਆਪ ਸੋਚ ਕੇ ਦੇਖੋ। ਇਹ ਤੇ ਗੁਰੂ ਸਾਹਿਬ ਨੇ ਕਿਹਾ ਨਾ, ਚੰਗਾ ਕੰਮ ਕਰਦਾ ਹੈ ਨਾ, ਆਪਾਂ ਬੀਤੇ ਕੱਲ ਵਿਚਾਰ ਰਹੇ ਸੀ ਨਾ, ਜੇ ਇੱਕ ਅੱਧ ਕਰੇ ਚੰਗਿਆਈ ਮਨ ਚਿਤ ਬਹੁਤ ਵਫਾਵੈ ਬਿਫਰਦਾ ਬੜਾ ਨਾ। ਭਾਈ ਜਿਨ੍ਹਾਂ ਨੇ ਏਡੇ ਏਡੇ ਗੁਣ, ਇੰਨੀਆਂ ਖੂਬੀਆਂ ਅਪਣਾਈਆਂ, ਗੁਰੂ ਅਰਜਨ ਸਾਹਿਬ ਦੀ ਬਾਤ ਕਰ ਰਹੇ ਸੀ ਅਸੀਂ, ਹੋਰ ਰੂਹਾਂ ਦੀਆਂ ਬਾਤ ਕਰ ਰਹੇ ਸੀ। ਸਾਹਿਬ ਕਹਿੰਦੇ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਭਾਈ ਇਹ ਮਨੁੱਖ ਕੀ ਕਰ ਸਕਦਾ ਆ, ਉਹ ਦਾਤੇ ਨੇ ਸਮਰੱਥਾ ਦਿੱਤੀ, ਉਹਦੇ ਕਰਕੇ ਚੀਜ਼ ਹੋ ਪਾਈ। ਅਗਲਾ ਬਚਨ ਹੈ ਭਗਤ ਸੋਹਨ ਹਰ ਕੇ ਗੁਣ ਗਾਵੇਂ ਸਦਾ ਕਰਹਿ ਜੈਕਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵੇਂ। ਭਗਤ ਉਹ ਨੇ ਜਿਨ੍ਹਾਂ ਦੇ ਜੀਵਨ ਦੇ 'ਚ ਇੱਕ ਸ਼ੋਭਨੀਕ ਚੀਜ਼ ਆ ਜਾਂਦੀ ਹੈ। ਭਗਤ ਆਮ ਬੰਦਿਆਂ ਵਰਗੇ ਬੰਦੇ ਹੁੰਦੇ ਨੇ, ਹੱਡ ਮਾਸ ਤੇ ਬਣੇ ਹੋਏ, ਅਨਾਜ ਖਾਂਦੇ ਨੇ, ਇਹਨਾਂ ਸੜਕਾਂ ਤੇ ਤੁਰਦੇ ਨੇ, ਉਹ ਸੇਮ ਤਰ੍ਹਾਂ ਦੇ ਲੋਕ ਨੇ। ਪਰ ਖੂਬੀ ਕੀ ਉਹਨਾਂ ਦੇ ਵਿੱਚ? ਭਗਤ ਸੋਹਨ ਹਰ ਕੇ ਗੁਣ ਗਾਵੇਂ। ਉਹ ਹਰੀ ਦਾ ਗੁਣਗਾਨ ਕਰਦੇ ਨੇ, ਹਰੀ ਦੀ ਜਿਹੜੀ ਹੈ ਉਹ ਬਾਤ ਪਾਉਂਦੇ ਨੇ। ਆਪ ਅਹਿਸਾਸ ਕਰੋ ਕਿ ਜਦੋਂ ਅਸੀਂ ਨਿੱਜੀ ਤੌਰ ਤੇ ਗੱਲਬਾਤ ਕਰਦੇ ਆ, ਸਾਡੀ ਗੱਲਬਾਤ ਦਾ ਜਿਹੜਾ ਮਜ਼ਮੂਨ ਆ ਉਹ ਦੱਸਦਾ ਅਸੀਂ ਕਿੱਥੇ ਖੜੇ ਆ। ਸਾਡੀ ਗੱਲਬਾਤ ਦੇ ਮਜ਼ਮੂਨ ਦੇ ਵਿੱਚ ਮੋਸਟਲੀ ਸਾਡਾ ਹੰਕਾਰ ਝਲਕਦਾ ਹੈ। ਅਸੀਂ ਹਰ ਦੂਸਰੀ ਤੀਸਰੀ ਗੱਲ ਜਿਹੜੀ ਏ ਉਹ ਆਪਣੀ ਵਡੱਪਣ ਦੀ, ਆਪਣੀ ਵਡਿਆਈ ਦੀ,
अपनी हंकार ਨੂੰ ਇਜ਼ਾਫਾ ਕਰਨ ਵਾਲੀਆਂ ਚੀਜ਼ਾਂ ਕਰਦੇ ਆ। ਜਿਵੇਂ ਕਈ ਵਾਰ ਲੋਕ ਕਹਿੰਦੇ ਨਾ ਭਾਈ ਸਿਮਰਨ ਕਾਹਦੇ ਲਈ ਕਰਨਾ, ਬਾਣੀ ਕਾਹਦੇ ਲਈ ਪੜ੍ਹਨੀ ਹੈ, ਭਾਈ એનર્ਜੀ ਹੈ। ਵੈਸੇ ਵੀ ਤੁਸੀਂ ਜੇ ਗੱਲਾਂ ਬਾਤਾਂ ਕਰੋਗੇ ਤੇ ਗੱਲਾਂ ਬਾਤਾਂ ਦਾ ਜੇ ਸਬਜੈਕਟ ਸਹੀ ਨਹੀਂ ਹੋਏਗਾ, ਆਪ ਘਰਾਂ ਥਾਵਾਂ ਦੀ ਲੜਾਈ ਦੇਖੋ। ਕਨਵਰਸੇਸ਼ਨ ਹੋਈ, ਕੋਈ ਕਨਵਰਸੇਸ਼ਨ ਦੇ ਵਿੱਚ ਕੁਝ ਫੈਮਿਲੀ ਮੈਂਬਰਸ ਇਨਵੋਲਵ ਹੋਏ, ਇੱਕ ਫੈਮਿਲੀ ਮੈਂਬਰ ਨੂੰ ਲੱਗਾ ਇਹ ਆਪਣੇ ਆਪ ਨੂੰ ਜ਼ਿਆਦਾ ਵਡਿਆ ਰਿਹਾ ਹੈ, ਇਹ ਸੋਚ ਰਿਹਾ ਸਾਰਾ ਘਰ ਹੀ ਚਲਾ ਰਿਹਾ, ਇਹ ਸੋਚ ਰਿਹਾ ਇਹ ਜ਼ਿਆਦਾ ਇੰਪੋਰਟੈਂਟ ਮੈਂਬਰ ਹੈ ਘਰ ਦਾ, ਮੈਂ ਘੱਟ ਆ, ਮੈਂ ਵੀ ਆਪਣੀ ਗੱਲ ਕਰਾਂਗਾ। ਦੂਸਰੇ ਨੂੰ ਲੱਗਾ ਮੇਰੀ ਗੱਲ ਟੋਕ ਰਿਹਾ, ਜਦੋਂ ਮੇਰੀ ਗੱਲ ਹੁੰਦੀ ਇਹ ਗੱਲ ਵਿੱਚ ਆਪਣੀ ਕਰਨ ਲੱਗ ਜਾਂਦਾ, ਝਗੜਾ ਸ਼ੁਰੂ ਹੋ ਗਿਆ। ਐਕਚੁਅਲੀ ਆਹੀ ਲੜਾਈ ਹੈ, ਹਉਮੈ ਦਾ ਟਕਰਾਅ ਆ। ਜਿੱਥੇ ਹਉਮੈ ਕਲੈਸ਼ ਕਰਦੀ ਹੈ ਬਸ ਮਫਾਦ ਸ਼ੁਰੂ ਹੋ ਜਾਂਦਾ। ਇਹਦੇ ਮੁਕਾਬਲਤਨ ਕੀ ਗੱਲ ਕੀਤੀ ਜਾਏ? ਇਹਦੇ ਮੁਕਾਬਲਤਨ ਵੱਡੀ ਗੱਲ ਕੀਤੀ ਜਾਏ। ਵੱਡੀ ਗੱਲ ਕਿਹੜੀ ਕਰੋਗੇ? ਬਾਣੀ ਦੀ ਗੱਲ ਕਰੋ, ਵਿਰਾਸਤ ਦੀ ਗੱਲ ਕਰੋ, ਮਨੁੱਖਤਾ ਦੀ ਗੱਲ ਕਰੋ, ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰੋ। ਭਗਤ ਉਹ ਨੇ ਜਿਹੜੇ ਇਹ ਗੁਣਗਾਨ ਕਰਦੇ ਨੇ, ਜਿਹੜੇ ਇਸ ਕਿਸਮ ਦੀ ਤਸੱਵੁਰਤਾ 'ਚ ਆ ਜਾਂਦੇ ਨੇ। ਸਾਡੇ ਇੱਕ ਪ੍ਰੋਫੈਸਰ ਹੁੰਦੇ ਸੀ ਪੜ੍ਹਾਉਣ ਵਾਲੇ, ਸਾਨੂੰ ਗੁਰਬਾਣੀ ਫਿਲਾਸਫੀ ਪੜ੍ਹਾਉਂਦੇ ਸੀ ਐਕਚੁਅਲੀ। ਅਤੇ ਅਸੀਂ ਉਹਨਾਂ ਨੂੰ ਦੇਖਣਾ ਕਿ ਆਈਦਰ ਉਹ ਗੁਰਬਾਣੀ ਦੀ ਕੋਈ ਪੋਥੀ ਲੈ ਕੇ ਬੈਠੇ ਨੇ, ਅਦਰਵਾਈਜ਼ ਕੋਈ ਬੁੱਕ ਪੜ੍ਹ ਰਹੇ ਨੇ। ਜੇ ਉਹਨਾਂ ਕੋਲ ਕੋਈ ਬੰਦਾ ਚਲਾ ਜਾਏ, ਈਵਨ ਕੋਈ ਉਹਨਾਂ ਦਾ ਰਿਸ਼ਤੇਦਾਰ ਆ ਜਾਏ, ਕੋਈ ਦੋਸਤ ਮਿੱਤਰ ਆ ਜਾਏ, ਉਹ ਆ ਕੇ ਉਹਨਾਂ ਨਾਲ ਗੱਲਬਾਤ ਕਰੇ, ਕੋਈ ਇੱਕ ਅੱਧੀ ਗੱਲ ਪੁੱਛੇ ਕੋਈ, ਅਤੇ ਉਹ ਥੋੜ੍ਹਾ ਬਹੁਤ ਹਾਂ ਨਾ ਜਵਾਬ ਦਿੰਦੇ। ਉਸ ਤੋਂ ਬਾਅਦ ਉਹ ਗੱਲ ਤੋਰਦਾ, ਅੱਛਾ ਫਿਰ ਹੋਰ ਸੁਣਾਓ, ਪਰਿਵਾਰ ਕਿਵੇਂ ਹੈ, ਬੱਚੇ ਕਿਵੇਂ ਹੈ, ਫਲਾਂ ਕਿਵੇਂ ਹੈ। ਅਸੀਂ ਦੇਖਿਆ ਉਹ ਰਾਈਟ ਵੇ ਕਹਿਣ ਵੀ ਮੈਂ ਮਾਜ਼ਰਤ ਚਾਹਾਂਗਾ, ਤੁਹਾਡੇ ਤੋਂ ਮਾफ़ੀ ਚਾਹਾਂਗਾ, ਮੇਰਾ ਥੋੜ੍ਹਾ ਜ਼ਰੂਰੀ ਕੰਮ ਹੈ ਕੋਈ, ਮੈਂ ਉਹ ਕਰ ਰਿਹਾ, ਜੇ ਤੁਸੀਂ ਮਾਈਂਡ ਨਹੀਂ ਕਰਦੇ, ਜੇ ਤੁਸੀਂ ਗਿਲਾ ਨਹੀਂ ਲੱਗਦਾ ਤੁਹਾਨੂੰ, ਤੇ ਤੁਸੀਂ ਮੈਨੂੰ ਥੋੜ੍ਹਾ ਟਾਈਮ ਦੇ ਦਿਓਗੇ। ਤਾਂ ਅਸੀਂ ਕਹਿਣਾ ਬੜੇ ਬਿਜ਼ੀ ਹੋਣਗੇ। ਉਸੇ ਸਮੇਂ ਹੋਰ ਕੋਈ ਸ਼ਖਸ ਆ ਜਾਏ, ਕੋਈ ਸਟੂਡੈਂਟ ਚਲਾ ਜਾਏ, ਕੋਈ ਗੁਰਬਾਣੀ ਬਾਰੇ ਗੱਲ ਤੁਰ ਪਏ, ਭਾਵੇਂ 4 ਘੰਟੇ ਬੈਠੇ ਰਹੋ, 6 ਘੰਟੇ ਬੈਠੇ ਰਹੋ। ਅਸੀਂ ਇੱਕ ਦੋ ਵਾਰੀ ਕਿਹਾ ਕਿ ਇਹ ਕੋਈ ਅਟਪਟੀ ਜੀ ਗੱਲ ਲੱਗਦੀ ਹੈ ਸਾਨੂੰ, ਤੁਸੀਂ ਕਿਸੇ ਨੂੰ ਕਹਿ ਰਹੇ ਮੇਰੇ ਕੋਲ ਟਾਈਮ ਨਹੀਂ ਹੈਗਾ, ਬਾਅਦ 'ਚ ਆਹ ਗੱਲ ਹੋਣ ਲੱਗ ਗਈ। ਉਹ ਕਹਿੰਦੇ ਬਸ ਇਹਦੇ ਲਈ ਟਾਈਮ ਹੀ ਟਾਈਮ ਹੈ, ਉਹਦੇ ਲਈ ਕੋਈ ਟਾਈਮ ਨਹੀਂ ਹੈ, ਕਿਉਂਕਿ ਉਹਦੇ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਗਾ। ਹੰਕਾਰ ਦੀ ਇਜ਼ਾਫੇਦਾਰੀ ਹੈ, ਜਾਂ ਉਹਦੇ ਦੀ ਹੋ ਰਹੀ ਹੈ, ਮੇਰੇ ਦੀ ਹੋ ਰਹੀ ਹੈ। ਮਤਲਬ ਜਿਹੜਾ ਬੰਦਾ ਇਸ ਲੈਵਲ 'ਤੇ ਅਵੇਅਰ ਹੋ ਜਾਏ। ਇਸੇ ਲਈ ਸਾਡੇ ਬਾਣੀਕਾਰ ਭਗਤ ਸਾਹਿਬਾਨ ਉਹ ਵਾਰ-ਵਾਰ ਇਹੋ ਗੱਲ 'ਤੇ ਐਮਫਸਾਈਜ਼ ਕਰਦੇ ਨੇ। ਬੰਦਾ ਕਈ ਵਾਰ ਸੋਚਦਾ ਹੈ ਇਹ ਗੁਰੂ ਸਾਹਿਬ ਕਿਵੇਂ ਗੱਲ ਕਹੀ ਜਾ ਰਹੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਇਹਨਾਂ ਚੀਜ਼ਾਂ ਦੇ ਵੀ ਕਦੀ ਭੁੱਖ ਲੱਗਦੀ ਹੈ, ਇਹ ਵੀ ਚੀਜ਼ਾਂ ਕਦੀ ਜ਼ਿੰਦਗੀ ਦਾ ਮੂਲ ਬਣ ਜਾਂਦੀਆਂ ਨੇ। ਬਾਬਾ ਜੀ ਕਹਿੰਦੇ ਹਾਂ ਭਾਈ, ਇਹ ਸ਼ਬਦ ਕਿਵੇਂ ਅਸੀਂ ਕਹਿ ਸਮਝ ਸਕਦੇ ਹਾਂ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵੀ ਇਹ ਕਿਵੇਂ ਹੋ ਸਕਦਾ ਹੈ? ਇੱਕ ਘੜੀ ਦੇ ਵਿਛੋੜੇ ਦਾ ਕਲਯੁਗ ਕਿਹਾ ਗਿਆ। ਇੱਥੇ ਇਹ ਜ਼ਿਕਰ ਕੀਤਾ ਗਿਆ ਕਿ ਮਾਲਕ ਤੇਰੇ ਤੋਂ ਵਿਛੜ ਕੇ ਇੱਕ ਪਲ ਵੀ ਜਿਹੜਾ ਆ ਉਹ ਮੇਰੇ ਵਾਸਤੇ ਸੂਲ ਦੇ ਨੁਮਾਇੰਦੇ ਆ, ਇਹ ਕਿਵੇਂ ਹੋ ਸਕਦਾ ਆ? ਸਾਹਿਬ ਪਾਤਸ਼ਾਹ ਇਸ ਕਰਕੇ ਬਿਆਨ ਕਰਦੇ ਕਿਉਂਕਿ ਭਗਤ ਸੋਹਣ ਹਰ ਕੇ ਗੁਣ ਗਾਵੈ, ਉਹਨਾਂ ਨੂੰ ਇਹੋ ਹੀ ਚੀਜ਼ ਪਿਆਰੀ ਲੱਗਦੀ, ਉਹਦਾ ਗੁਣਗਾਨ ਹੋਣਾ। ਫਿਰ ਸਦਾ ਕਰਹਿ ਜੈਕਾਰਾ ਰਾਮ, ਜੈਕਾਰਾ ਇਹ ਜੈ ਕਰਨੀ ਭਾਰਤੀ ਖਿੱਤੇ ਦੀ ਆਮ ਲੈਂਗੁਏਜ ਭਾਸ਼ਾ ਆ, ਜੈ ਕਹਿਣਾ ਕਿਸੇ ਨੂੰ। ਐਕਚੁਅਲ ਲੈਵਲ 'ਤੇ ਅਸੀਂ ਮੋਸਟਲੀ ਤੇ ਆਪਣੀ ਜੈ ਲੱਭਦੇ ਹਾਂ, ਵੀ ਸਾਡੀ ਜੈ ਹੋਏ, ਵੀ ਸਾਨੂੰ ਸਾਡਾ ਚਰਚਾ ਹੋਏ, ਸਾਡੀ ਜ਼ਿਕਰ-ਏ-ਆਬਤਾ ਹੋਏ ਹਰ ਥਾਂ ਦੇ ਉੱਤੇ। ਮਹਾਰਾਜ ਬਿਆਨ ਕਰਦੇ ਜੈਕਾਰ ਕਰੋ ਉਹਦਾ ਜੋ ਸੱਚ ਆ। ਸਾਡਾ ਜਿਹੜਾ ਜੈਕਾਰਾ ਆ, ਮਤਲਬ ਤੁਸੀਂ ਦੋ ਰੂਪ ਦੇਖੋ, ਇੱਕ ਤੇ ਮਤਲਬ ਸਾਡਾ ਜਿਹਨੂੰ ਅਸੀਂ ਕਹਿੰਦੇ ਹਾਂ ਸਾਡੀ ਗ੍ਰੀਟਿੰਗਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੀ ਚੜ੍ਹਦੀ ਕਲਾ ਵੀ ਹੈ, ਉਹਦੇ ਸਭ ਕੁਝ ਹੈ, ਪਰ ਹੈ ਵਾਹਿਗੁਰੂ, ਉਹਦਾ ਜ਼ਿਕਰ ਹੈ। ਜੇ ਆਪਾਂ ਸਿੱਧੇ ਤੌਰ 'ਤੇ ਜੈਕਾਰੇ ਦੀ ਵੀ ਗੱਲ ਕਰੀਏ ਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਆਪਣੇ ਜੀਵਨ ਯਾਪਨ 'ਚ ਦੇਖਦੇ ਹਾਂ, ਆਪ ਸਿੱਧ ਗੋਸ਼ਟ ਪੜ੍ਹੋ, ਉਹ ਸਾਹਿਬ ਜ਼ਿਕਰ ਕਰਦੇ ਜਦੋਂ ਸਿੱਧਾਂ ਨੂੰ ਜਾ ਕੇ ਬਾਬਾ ਜੀ ਮਿਲਦੇ, ਜਾ ਕੇ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਸਾਰੇ ਸਿੱਧ ਆਸਨ ਲਾ ਕੇ ਬੈਠੇ ਨੇ, ਉੱਥੇ ਸੰਤ ਲੋਕ ਗਏ ਨੇ। ਸੰਤ ਲੋਕ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ,
ਜਿਨ੍ਹਾਂ ਨੇ ਸੱਤ ਨੂੰ ਰਿਝਾਣਾ ਆ, ਜਿਨ੍ਹਾਂ ਦੇ ਜੀਵਨ ਦਾ ਮਕਸਦ ਹੀ ਸਚਿਆਰ ਹੋਣਾ ਆ। ਸੋ ਉਹਨਾਂ ਨੇ ਜਾ ਕੇ ਕੀ ਕੀਤਾ,